ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਹੈ ਸੂਰਜ ਤੇ ਸਮੁੰਦਰ। ਅੰਗ 8ਵਾਂ। ਲੇਖਕ ਕਾਨਫਰੰਸ। ਵੱਡਾ ਸਾਰਾ ਪੰਡਾਲ, ਹੇਠਾਂ ਕਤਾਰੋ ਕਤਾਰ ਕੁਰਸੀਆਂ, ਸਟੇਜ ਉੱਤੇ ਸੋਫੇ, ਮਾਈਕ, ਡਾਇਸ, ਤਪਾਈ ਉੱਤੇ ਕੱਚ ਦਾ ਫੁੱਲਦਾਨ 'ਚ ਪਲਾਸਟਿਕ ਦੇ ਫੁੱਲ। ਇੱਕ ਮਨਿਸਟਰ ਪ੍ਰਧਾਨਗੀ ਭਾਸ਼ਣ ਦੇ ਰਿਹਾ। ਮਨਿਸਟਰ ਸਾਹਿਬ ਨੇ ਕਿਧਰੇ ਜਾਣਾ ਸੀ, ਇਸ ਲਈ ਪ੍ਰਧਾਨਗੀ ਭਾਸ਼ਣ ਸ਼ੁਰੂ 'ਚ ਹੀ ਰੱਖ ਦਿੱਤਾ ਗਿਆ। ਭਾਸ਼ਣ ਸੁਣੋ। ਲੇਖਕ ਕੌਮ ਦੇ ਮਲਾਹ ਹੁੰਦੇ ਹੈ, ਉਹਨਾਂ ਨੂੰ ਚਾਹੀਦਾ ਵੱਧ ਤੋਂ ਵੱਧ ਲਿਖਣ। ਅਸੀਂ ਸਰਕਾਰ ਵੱਲੋਂ ਇਹਨਾਂ ਨੂੰ ਹਰ ਮਦਦ ਕਰਾਂਗੇ। ਤਾੜੀਆਂ। ਗਾਲਿਬ ਬਹੁਤ ਗਰੀਬ ਸੀ, ਫਿਰ ਵੀ ਕਿੱਡੀ ਵਧੀਆ ਸ਼ਾਇਰੀ ਕਰ ਗਿਆ। ਲੇਖਕ ਜਿੰਨੇ ਦੁਖੀ ਰਹਿਣਗੇ ਉਨਾ ਵਧੀਆ ਲਿਖਣਗੇ, ਅਤੇ ਮੈਂ ਵਾਅਦਾ ਕਰਦਾ ਮੇਰੀ ਸਰਕਾਰ ਤੁਹਾਨੂੰ ਸੁਖੀ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਤਾੜੀਆਂ। ਤੁਹਾਨੂੰ ਘਰ ਪਾਉਣ ਲਈ ਪਲਾਟ ਸਸਤੇ ਭਾਅ ਦਿੱਤੇ ਜਾਣਗੇ, ਕਿਤਾਬਾਂ ਛਾਪਣ ਲਈ ਕਰਜ਼ੇ ਵੀ। ਤਾੜੀਆਂ। ਸਾਡਾ ਮੁਲਕ ਗਰੀਬ ਹੈ, ਅਸੀਂ ਬਹੁਤ ਕੁਝ ਅਜੇ ਨਹੀਂ ਕਰ ਸਕਦੇ। ਤੁਸੀਂ ਵੀ ਫੈਮਿਲੀ ਪਲੈਨਿੰਗ ਵੱਲ ਧਿਆਨ ਦਿਓ, ਇਸ ਉੱਤੇ ਕਿਤਾਬਾਂ ਲਿਖੋ। ਤੁਸੀਂ ਮਨ ਲਾ ਕੇ ਜਨਤਾ ਦੀ ਸੇਵਾ ਕਰੋ, ਚੰਗੀਆਂ ਚੰਗੀਆਂ ਸਿੱਖਿਆਦਾਇਕ ਚੀਜ਼ਾਂ ਲਿਖੋ। ਇਸ਼ਕ ਪ੍ਰੇਮ ਦੀਆਂ ਗੱਲਾਂ ਬਹੁਤੀਆਂ ਨਾ ਕਰੋ, ਇਸ ਨਾਲ ਜਵਾਨ ਮੁੰਡੇ ਕੁੜੀਆਂ 'ਤੇ ਭੈੜਾ ਅਸਰ ਪੈਂਦਾ ਹੈ। ਤੁਸੀਂ ਸਾਰੇ ਹੀ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਹੋ। ਉਂਝ ਪੜ੍ਹਾਈ ਸਿਰਫ ਕਿਤਾਬਾਂ 'ਚ ਹੀ ਨਹੀਂ ਹੁੰਦੀ। ਅਕਬਰ ਅਤੇ ਰਣਜੀਤ ਸਿੰਘ 'ਚ ਵੀ ਕਿਹੜਾ ਬਹੁਤੇ ਪੜ੍ਹੇ ਲਿਖੇ ਸੀ। ਹਾਂ, ਮੈਂ ਆਖ ਰਿਹਾ ਸੀ ਕਿ ਮੈਂ ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਹਾਂ, ਸੋ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ, ਪਰ ਮੈਂ ਇੱਕ ਜ਼ਰੂਰੀ ਮੀਟਿੰਗ 'ਤੇ ਜਾਣਾ, ਇਸ ਲਈ ਆਗਿਆ ਚਾਹੁੰਦਾ। ਤੁਹਾਡੇ ਸੈਕਟਰੀ ਸਾਹਿਬ ਨੇ ਮੈਨੂੰ ਦੱਸਿਆ ਕਿ ਤੁਹਾਡੀਆਂ ਕੁਝ ਮੰਗਾਂ ਹਨ, ਉਹ ਸਭ ਲਿਖ ਕੇ ਭੇਜ ਦੇਣਾ। ਮੈਂ ਇੱਕ ਗੱਲ ਜੋ ਆਖਣੀ ਭੁੱਲ ਗਿਆ ਸੀ, ਉਹ ਇਹ ਕਿ ਕਿਤਾਬਾਂ ਜ਼ਰਾ ਸੌਖੀ ਬੋਲੀ 'ਚ ਲਿਖਿਆ ਕਰੋ ਤਾਂ ਜੋ ਸਾਰਿਆਂ ਨੂੰ ਸਮਝ ਆ ਸਕਣ। ਦੂਸਰਾ, ਲੁਧਿਆਣੇ ਸਾਡੇ ਮਹੱਲੇ 'ਚ ਇੱਕ ਕਵੀ ਰਹਿੰਦਾ ਹੁੰਦਾ ਸੀ, ਕੀ ਭਲਾ ਜਿਹਾ ਉਹਦਾ ਨਾਂ ਸੀ, ਹੁਣ ਤਾਂ ਵਿਚਾਰਾ ਸੁਰਗਵਾਸ ਹੋ ਗਿਆ। ਉਹ ਸ਼ਰਾਬ ਪੀ ਕੇ ਆਪਣੀ ਘਰ ਵਾਲੀ ਨੂੰ ਕੁੱਟਦਾ ਹੁੰਦਾ ਸੀ, ਇਹ ਵੀ ਬੜੀ ਮਾੜੀ ਗੱਲ ਹੈ। ਇੱਕ ਲੇਖਕ ਨੂੰ ਤਾਂ ਨਮੂਨੇ ਦਾ ਬੰਦਾ ਹੋਣਾ ਚਾਹੀਦਾ, ਮਾਡਲ ਗ੍ਰਾਮ ਵਾਂਗ। ਇਸੇ ਲਈ ਤਾਂ ਸਰਕਾਰ ਮਾਡਲ ਗ੍ਰਾਮਾਂ ਉੱਤੇ ਅੱਜ ਕੱਲ੍ਹ ਇੰਨਾ ਪੈਸਾ ਖਰਚ ਕਰ ਰਹੀ ਹੈ। ਫਿਰ ਮੈਂ ਆਖਾਂਗਾ ਕਿ ਚੰਗੀਆਂ ਚੰਗੀਆਂ ਸਿੱਖਿਆਦਾਇਕ ਕਿਤਾਬਾਂ ਲਿਖਿਆ ਕਰੋ, ਅਤੇ ਸਾਡੀ ਸਰਕਾਰ ਜੋ ਵੀ ਕੁਝ ਹੋ ਸਕਿਆ ਤੁਹਾਡੇ ਲਈ ਕਰੇਗੀ। ਤਾੜੀਆਂ। ਜੈ ਹਿੰਦ। ਤਾੜੀਆਂ। ਮਨਿਸਟਰ ਸਾਹਿਬ ਦੀ ਸਪੀਚ ਅੱਜ ਤੇਰੀ ਲਿਖੀ ਨਹੀਂ ਲੱਗਦੀ, ਵਿਰਕਨੇ ਵਾਲੀਏ ਨੂੰ ਕਿਹਾ। ਨਹੀਂ, ਇਹ ਸਪੀਚ ਉਹਨਾਂ ਦੀ ਓਰੀਜਨਲ ਹੈ। ਦੇਖੋ ਜੀ, ਮਨਿਸਟਰ ਨੂੰ ਬੁਲਾਉਣਾ ਹੀ ਪੈਂਦਾ ਹੈ। ਇਹਨਾਂ ਤੋਂ ਪੈਸੇ ਜੋ ਮਨਜ਼ੂਰ ਕਰਵਾਉਣੇ ਹੋਏ, ਕਵੀ ਹੋਰਾਂ ਨੇ ਹਮੇਸ਼ਾ ਵਾਂਗ ਸਮਝੌਤਾਵਾਦੀ ਗੱਲ ਕੀਤੀ। ਹੁਣ ਤੁਹਾਡੇ ਸਾਹਮਣੇ ਸਾਹਿਤਕਾਰਾਂ ਦੀਆਂ ਸਮੱਸਿਆਵਾਂ ਉੱਤੇ ਪੇਪਰ ਪੜ੍ਹਿਆ ਜਾਏਗਾ, ਪਿੱਛੋਂ ਖੁੱਲ੍ਹੀ ਵਿਚਾਰ ਹੋਏਗੀ। ਸੈਕਟਰੀ ਨੇ ਮਾਈਕ ਉੱਤੇ ਦੱਸਿਆ। ਪਹਿਲਾਂ ਦੱਸੋ ਜੀ, ਮਨਿਸਟਰ ਨਾਲ ਫੋਟੋਆਂ ਖਿੱਚ ਦੇਣ 'ਤੇ ਤੁਸੀਂ ਫੋਟੋਗ੍ਰਾਫਰ ਨੂੰ ਕਿੰਨੇ ਪੈਸੇ ਦਿੱਤੇ ਹੈ? ਪਿੱਛਿਓਂ ਸੇਠੀ ਬੋਲਿਆ। ਹਾਸਾ ਮਚ ਗਿਆ। ਪੇਪਰ ਪੜ੍ਹਿਆ ਜਾ ਰਿਹਾ ਸੀ। ਚੱਲ ਯਾਰ ਸੰਧੂ, ਬਾਹਰ ਚੱਲੀਏ, ਸੇਖੋ ਨੇ ਸੰਧੂ ਦੇ ਕੂਹਣੀ ਮਾਰ ਕੇ ਕਿਹਾ। ਪੇਪਰ ਤਾਂ ਸੁਣ ਲਈਏ। ਉਹ ਇਹ ਜਾਣਦੇ ਹੀ ਹਾਂ ਵੀ ਕਿਹਨੇ ਕੀ ਆਖਣਾ। ਇਹੀ ਵੀ ਸਮਾਜਵਾਦੀ ਸਾਹਿਤ ਸਭ ਤੋਂ ਚੰਗਾ ਸਾਹਿਤ ਹੁੰਦਾ ਹੈ। ਕੋਈ ਜਨਾਨੀ ਤਾਂ ਚੱਜ ਦੀ ਆਈ ਨਹੀਂ ਕਾਨਫਰੰਸ ਉੱਤੇ, ਆਪਣਾ ਨਹੀਂ ਇੱਥੇ ਚਿੱਤ ਲੱਗਦਾ। ਚਲੋ ਫਿਰ ਚੱਲਦੇ ਹਾਂ। ਕਿੱਥੇ ਚੱਲੇ ਹੋ? ਮੈਂ ਆ ਜਾ? ਪਿੱਛੇ ਸਿਤਾਰਾ ਸਿੰਘ ਨੇ ਪੁੱਛਿਆ। ਅਜੇ ਸਾਡੀ ਕਾਰ ਧੱਕਾ ਲਗਾਉਣ ਵਾਲੀ ਨਹੀਂ ਹੋਈ। ਸੰਧੂ ਨੇ ਮਖੌਲ ਕੀਤਾ। ਕੀ ਗੱਲ ਉੱਠਾ ਏ? ਪਹਿਲਾਂ ਹੀ ਬਾਹਰ ਖੜੇ ਗਰਗ ਜੀ ਨੇ ਪੁੱਛਿਆ। ਤੂੰ ਆਪਣੀ ਮੇਮ ਨਹੀਂ ਲਿਆਇਆ ਨਾਲ? ਸੇਖੋ ਨੇ ਉਹਦੀ ਗੱਲ ਨਹੀਂ ਸੁਣੀ, ਆਪਣੀ ਆਖੀ। ਸੁਣਾ, ਤੇਰੀ ਚਮਕ ਚੱਲੋ ਦਾ ਕੀ ਹਾਲ ਹੈ? ਸੰਧੂ ਨੇ ਜੀਤ ਜੀ ਨੂੰ ਪੁੱਛਿਆ। ਇਹਦੀ ਵਹੁਟੀ ਦੀ ਗੱਲ ਕਰਦੇ ਹੋ? ਇਹਦੀ ਵਹੁਟੀ ਵਾਕਿਆ ਹੀ ਸੋਹਣੀ ਹੈ। ਤੂੰ ਹਰ ਵੇਲੇ ਵਹੁਟੀਆਂ ਦੇ ਚੱਕਰ 'ਚ ਪਿਆ ਰਹਿੰਦਾ। ਵਹੁਟੀ ਤਾਂ ਹਰ ਬੰਦੇ ਨੂੰ ਵਿਆਹ ਤੋਂ ਪਹਿਲੇ 6 ਮਹੀਨੇ ਸੋਹਣੀ ਲੱਗਦੀ ਹੈ, ਸੇਖੋ ਨੇ ਸਮਝਾਇਆ। ਸੇਖੋ ਸਾਹਿਬ, ਤੁਹਾਡੀਆਂ ਤਾਂ ਸੁੱਖ ਨਾਲ ਹੈ ਕਮਲਾ, ਮੈਂ ਤਾਂ ਸਗੋਂ ਦਾਦ ਦੇ ਰਿਹਾ। ਓਏ ਤੁਸੀਂ ਕਦੇ ਕੋਈ ਸੀਰੀਅਸ ਗੱਲ ਵੀ ਕਰਿਆ ਕਰੋ, ਚਾਹ ਪੀ ਕੇ ਤੁਰੇ ਆਉਂਦੇ, ਸਿਤਾਰਾ ਸਿੰਘ ਨੇ ਕਿਹਾ। ਸੀਰੀਅਸ ਗੱਲਾਂ ਅਸੀਂ ਤੈਨੂੰ ਰੱਖਿਆ ਹੋਇਆ। ਭਾਸ਼ਣ ਵਿੱਚ ਛੱਡ ਕੇ ਬਾਹਰ ਆ ਰਹੇ ਵਿਰਕ ਨੇ ਕਿਹਾ। ਸਾਹਿਤ ਵਿੱਚ ਜਿਹੜੀ ਜਟਵੈਦ ਆ ਗਈ ਹੈ, ਇਸ ਬਾਰੇ ਵੀ ਕੁਝ ਸੋਚਣਾ ਪਊ। ਸਿਤਾਰਾ ਸਿੰਘ ਨੇ ਪੁੱਠੇ ਹੱਥ ਦਾ ਵਾਰ ਕੀਤਾ। ਤੇਰੇ ਕੀ ਜਟਵੈਦ ਪੈਰ ਦਰੜਦੀ ਹੈ? ਸੰਧੂ ਬੋਲਿਆ। ਦੇਖੋ ਜੀ, ਨਾ ਇਹਨਾਂ ਨੂੰ ਗੱਲ ਘੜਨੀ ਆਵੇ, ਛਿੱਲਣੀ ਤਰਾਸ਼ਣੀ ਤਾਂ ਇੱਕ ਪਾਸੇ ਰਹੀ। ਨਾ ਇਹਨਾਂ ਨੂੰ ਗੱਲ ਵੇਤਰਨੀ ਆਵੇ, ਨਾ ਇਹਨਾਂ ਨੂੰ ਗੱਲ ਹਾੜਨੀ ਆਵੇ, ਨਾ ਇਹਨਾਂ ਨੂੰ ਗੱਲ ਦਾ ਮੁੱਲ ਪਾਉਣਾ ਆਵੇ। ਬਣ ਬੈਠੇ ਪਿਓ ਵਾਲੇ ਸਾਹਿਤਕਾਰ। ਸਿਤਾਰਾ ਸਿੰਘ ਨੇ ਠੋਸ ਦਲੀਲਾਂ ਦਿੱਤੀਆਂ। ਜੱਟ ਇਹਨਾਂ ਕੰਮਾਂ ਲਈ ਤੇਰੇ ਵਰਗੇ ਲਾਗੀ ਤੱਥੀਆਂ ਨੂੰ ਰੱਖ ਲੈਂਦੇ ਆ, ਸੰਧੂ ਨੇ ਜਵਾਬ ਦਿੱਤਾ। ਫਿਰ ਬਾਦਸ਼ਾਹ, ਤੁਹਾਡੇ ਥਾਂ ਜਿਉਂ ਵੀ ਅਸੀਂ ਦਿਆ ਕਰਾਂਗੇ, ਤੁਸੀਂ ਕਾਹਨੂੰ ਖੇਚਲ ਕਰਦੇ ਹੋ? ਹਾਸਾ ਮਚ ਗਿਆ। ਅੰਦਰ ਭਾਸ਼ਣ ਮੁੱਕ ਗਿਆ, ਲੱਗਦਾ ਸੀ ਲੋਕ ਬਾਹਰ ਆ ਰਹੇ ਸੀ। ਫਿਰ ਕੀ ਸੀ? ਭਾਸ਼ਣਕਾਰ ਨੇ ਸਾਹਿਤਕਾਰਾਂ ਦੀਆਂ ਸਮੱਸਿਆਵਾਂ ਬਾਰੇ ਵਿਰਕ ਨੇ ਸੇਠੀ ਨੂੰ ਪੁੱਛਿਆ। ਇੱਥੇ ਸਾਹਿਤਕਾਰ ਹੈ ਹੀ ਕਿਹੜਾ ਜਿਹਦੀ ਕੋਈ ਸਮੱਸਿਆ ਹੋਵੇ? ਸੇਠੀ ਨੇ ਉੱਤਰ ਦਿੱਤਾ।
ਹਾਂ ਜੀ, ਇੱਥੇ ਬਹੁਤੇ ਸਾਹਿਤਕਾਰਾਂ ਦੀ ਥਾਂ ਸਿਹਤਕਾਰ ਹੀ ਹਨ। ਸਤਾਰਾ ਸਿੰਘ ਸੇਠੀ ਵੱਲ ਝਾਕ ਕੇ ਬੋਲਿਆ। ਤੁਸੀਂ ਦਿੱਲੀ ਵਾਲੇ ਫਿਰ ਇਸ ਵਾਰੀ ਸਾਹਿਤ ਅਕੈਡਮੀ ਦਾ ਇਨਾਮ ਕਿਹਨੂੰ ਦਵਾ ਰਹੇ ਹੋ ਸਤਾਰਾ ਸਿੰਘ ਜੀ? ਤੇਜ ਪ੍ਰਤਾਪ ਸਿੰਘ ਨੇ ਆਪਣੇ ਜਾਣੇ ਹੱਸਦਿਆਂ ਪੁੱਛਿਆ। ਗੱਲ ਕਰ ਤੈਨੂੰ ਦਵਾ ਦਈਏ। ਜੇ ਤੇਰੇ ਅਖਤਿਆਰ ਹੁੰਦਾ ਤਾਂ ਅੱਜ ਨੂੰ ਮੈਨੂੰ ਕਈ ਵਾਰੀ ਮਿਲ ਹਟਦਾ। ਹੋਰ ਸੁਣਾ, ਦਿੱਲੀ ਵਾਲਿਆਂ ਦਾ ਕੀ ਹਾਲ ਹੈ? ਤੂੰ ਸਿੱਧੀ ਤਰ੍ਹਾਂ ਪੁੱਛ, ਕਿਹਦਾ ਹਾਲ ਪੁੱਛਦਾ? ਦਿੱਲੀ ਤਾਂ ਇੰਦਰਾ ਬਿੱਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਬੜੇ ਲੋਕ ਰਹਿੰਦੇ ਆ। ਮੈਂ ਕਿਸੇ ਔਰਤ ਦਾ ਨਹੀਂ, ਮੈਂ ਅਮਰਜੀਤ ਸਿੰਘ ਦਾ ਹਾਲ ਪੁੱਛਦਾ। ਕੀ ਗੱਲ, ਕਿਸੇ ਕਿਤਾਬ ਦਾ ਰਿਵਿਊ ਲਿਖਵਾਉਣਾ? ਨਹੀਂ, ਆਪਣਾ ਉਹ ਯਾਰ ਹੈ। ਕਿਉਂ ਝੂਠ ਬੋਲਦਾ ਯਾਰ? ਤਾਂ ਉਹ ਆਪਣੇ ਆਪ ਦਾ ਵੀ ਨਹੀਂ। ਦਿੱਲੀ ਦਾ ਅਸਰ ਹੋ ਗਿਆ ਲੱਗਦਾ, ਪਹਿਲਾਂ ਤਾਂ ਇਹੋ ਜਿਹਾ ਨਹੀਂ ਸੀ। ਚੱਲ ਛੱਡ ਇਹ ਗੱਲਾਂ, ਆਪਾਂ ਕੋਈ ਕੰਮ ਦੀ ਗੱਲ ਕਰੀਏ। ਸੁਣਿਆ ਸਰਕਾਰੀ ਦਰਬਾਰੇ ਤੇਰੀ ਬੜੀ ਪਹੁੰਚ ਹੈ। ਮੇਰੇ ਇੱਕ ਮਿੱਤਰ ਦੀ ਇੱਕ ਕਿਤਾਬ ਤਾਂ ਕੋਰਸ ਵਿੱਚ ਲਗਵਾ ਦੇ। ਵਿਚਾਰੇ ਨੇ ਕੁੜੀ ਵਿਆਹਣੀ ਹੈ, ਬੜਾ ਤੰਗ ਹੈ। ਰਾਮ ਰਾਮ ਕਰੋ ਜੀ, ਇੱਕ ਕਿਤਾਬ ਲਗਾਉਣ ਲਈ ਲੋਕ 5-5 ਹਜ਼ਾਰ ਰੁਪਇਆ ਰਿਸ਼ਵਤ ਦਿੰਦੇ ਨੇ। ਤੇਜ ਪ੍ਰਤਾਪ ਸਿੰਘ ਬੋਲਿਆ। ਪਰ ਤੁਹਾਡੇ ਟੱਬਰ ਦੀਆਂ ਕਿਵੇਂ ਲੱਗ ਜਾਂਦੀਆਂ? ਅਸੀਂ ਤਾਂ ਕਦੇ ਕਿਸੇ ਨੂੰ ਅਪਰੋਚ ਨਹੀਂ ਕੀਤਾ ਬਈ। ਫੈਸਲਾ ਮੈਰਿਟ ਉੱਤੇ ਹੀ ਹੋਣ ਦਿਓ, ਕਿਤਾਬ ਭਾਵੇਂ ਲੱਗੇ ਭਾਵੇਂ ਨਾ ਲੱਗੇ। ਛੱਡੋ ਯਾਰ ਇਹ ਗੱਲਾਂ, ਚੱਲੋ ਕਿਧਰੇ ਚੱਲ ਕੇ ਘੁੱਟ ਪੀਵੀਏ, ਗਰਗ ਜੀ ਨੇ ਕਿਹਾ। ਕਈਆਂ ਦੇ ਕੰਨ ਖੜੇ ਹੋ ਗਏ। ਕੀ ਪੀਏ? ਸੇਖੋ ਨੇ ਪੁੱਛਿਆ। ਚਾਹ ਕੌਫੀ? ਚਾਹ ਕੌਫੀ ਦਾ ਵੀ ਕੋਈ ਪੀਣ ਹੁੰਦਾ? ਤੁਹਾਡੀ ਨਵੀਂ ਕਿਤਾਬ ਕਿਹੜੀ ਆ ਰਹੀ ਹੈ? ਪਾਤੜ ਨੇ ਸੇਖੋ ਨੂੰ ਪੁੱਛਿਆ। ਬਾਕੀ ਦਾ ਕੰਮ ਅਸੀਂ ਤੁਹਾਡੇ ਨੌਜਵਾਨਾਂ ਲਈ ਛੱਡ ਦਿੱਤਾ। ਅਸੀਂ ਇਸ ਕੰਮ ਜੋਗੇ ਹੀ ਰਹਿ ਗਏ? ਪਾਤੜ ਨੇ ਪੋਲਾ ਜਿਹਾ ਜਵਾਬ ਦਿੱਤਾ ਤੇ ਹੱਸ ਪਿਆ। ਡੂੰਘੀ ਰਾਤ ਗਈ, ਬੱਸ 'ਚ ਘਰ ਨੂੰ ਪਰਤ ਰਿਹਾ ਇੰਦਰ ਸੋਚ ਰਿਹਾ ਸੀ, ਇਹ ਤਾਂ ਠੀਕ ਹੈ, ਲੋਕਾਂ ਨੂੰ ਮਿਲ ਗਿਲ ਲਿਆ, ਪਰ ਲੇਖਕ ਕਾਨਫਰੰਸ ਤਾਂ ਨਾ ਹੋਈ। ਇਹ ਤਾਂ ਸਮਝੋ ਜਰਗ ਦਾ ਮੇਲਾ ਹੋ ਗਿਆ। ਜੇ ਭਲਾ ਅਜੀਤ ਸੱਚਮੁੱਚ ਲੇਖਕ ਕਾਨਫਰੰਸ ਅਟੈਂਡ ਕਰਨ ਆ ਜਾਂਦਾ ਤਾਂ ਕੀ ਦੇਖਦਾ? ਅਜੀਤ ਨੂੰ ਵੀ ਅੱਜ ਖੱਤ ਲਿਖਣਾ ਹੈ। ਅੰਗ 9ਵਾਂ। ਅਜੀਤ ਨੂੰ ਖੱਤ ਪਹੁੰਚਿਆ। ਪਿਆਰੇ ਅਜੀਤ, ਬਹੁਤ ਦਿਨਾਂ ਤੋਂ ਮੈਂ ਤੈਨੂੰ ਖੱਤ ਲਿਖਣ ਲਈ ਸੋਚ ਰਿਹਾ ਸੀ, ਫਿਰ ਸੋਚਿਆ ਨਾ ਹੀ ਲਿਖਾਂ। ਤੂੰ ਐਡੀ ਦੂਰ ਬੈਠਾ ਪਰੇਸ਼ਾਨ ਹੀ ਹੋਏਗਾ। ਤੇਰੀ ਸੋਨਾ ਭਾਬੀ ਨੂੰ ਨਾ ਜਾਣੇ ਕੀ ਹੋ ਗਿਆ। ਪਹਿਲਾਂ ਵਾਲੀ ਤਾਂ ਜਿਵੇਂ ਸੋਨਾ ਹੀ ਨਹੀਂ ਰਹਿ ਗਈ, ਜਿਵੇਂ ਉਹ ਸਿਲ ਪੱਥਰ ਹੋ ਗਈ ਹੋਵੇ, ਜਾਂ ਜਿਵੇਂ ਉਹ ਬਰਫ਼ ਦੀ ਬਣੀ ਹੋਵੇ ਜੋ ਹੁਣੇ-ਹੁਣੇ ਖੁਰ ਜਾਣ ਵਾਲੀ ਹੈ, ਜਾਂ ਧੂਏ ਦੀ ਬਣੀ ਹੋਵੇ ਜਾਂ ਦਿਸਦੀ ਤਾਂ ਹੈ ਪਰ ਹੱਥ ਨਹੀਂ ਆਉਂਦੀ, ਜਾਂ ਫਿਰ ਬੱਦਲਾਂ ਦੀ ਬਣੀ ਹੋਵੇ, ਉੱਚੇ-ਉੱਚੇ ਉੱਡਣ ਵਾਲੇ ਬੱਦਲਾਂ ਦੀ, ਜਾਂ ਫਿਰ ਉਹ ਸੋਨਾ ਹੀ ਨਹੀਂ, ਜਿਵੇਂ ਕੋਈ ਪਰਛਾਵਾਂ ਹੋਵੇ, ਕੋਈ ਛਾਇਆ ਜਾਂ ਕਿਸੇ ਮਰ ਮੁੱਕੇ ਦੀ ਰੂਹ। ਚਿੱਠੀ ਨੂੰ ਭੁੱਲ ਅਜੀਤ ਸੋਨਾ ਦੇ ਦੇਸ਼ ਨੂੰ ਤੁਰ ਪਿਆ। ਉਸ ਸੋਨਾ ਦੇ ਦੇਸ਼ ਨੂੰ ਜੋ ਪਤਾ ਨਹੀਂ ਧੂਏ ਦੀ ਬਣੀ ਹੋਈ ਸੀ ਕਿ ਬੱਦਲਾਂ ਦੀ। ਤੇ ਉੱਧਰ ਸੋਨਾ ਮੇਰਾ ਕਮੀਜ਼ ਕਿੱਥੇ ਹੈ? ਉਹਦੇ ਪਤੀ ਨੇ ਕਮੀਜ਼ ਦੀ ਢੂੰਡ ਭਾਲ ਮਗਰੋਂ ਚੀਖ ਕੇ ਪੁੱਛਿਆ। ਪਾਠ ਪੂਜਾ ਵਾਲੇ ਕਮਰੇ 'ਚ ਪੋਚਾ ਦੇ ਕੇ ਮੁੜੀ ਆਉਂਦੀ ਸੋਨਾ ਨੇ ਉਸ ਵੱਲ ਇਉਂ ਵੇਖਿਆ ਜਿਵੇਂ ਉਹਨੂੰ ਗੱਲ ਦੀ ਸਮਝ ਨਾ ਆਈ ਹੋਵੇ। ਮੈਂ ਕਮੀਜ਼ ਪੁੱਛ ਰਿਹਾ, ਦਫ਼ਤਰ ਜਾਣ ਨੂੰ ਦੇਰ ਹੋ ਰਹੀ ਹੈ। ਉਹ ਤਾਂ ਮੈਂ ਇੱਕ ਮੰਗਤੇ ਨੂੰ ਦਾਨ ਕਰਤਾ, ਵਿਚਾਰੇ ਕੋਲ ਹੈ ਨਹੀਂ ਸੀ। ਉਹਨੇ ਬਿਨਾਂ ਝਿਜਕ ਕਿਹਾ। ਸੌਰੀ ਕੰਜਰ ਦੀ, ਦਾਨ ਕਰਤਾ ਜਾਣੀ ਪਿਓ ਦੀ ਕਮਾਈ ਦਾ ਸੀ। ਮੈਨੂੰ ਨਾ ਦਾਨ ਕਰ ਦੇਈਂ, ਕਿਸੇ ਦਿਨ ਟਾਂਟਾ ਹੀ ਮੁੱਕ ਜਾਊਗਾ। ਆਖਦਿਆਂ ਇੱਕ ਥੱਪੜ ਉਹਨੇ ਸੋਨਾ ਦੇ ਮਾਰਿਆ ਤੇ ਮੈਲਾ ਲਾਇਆ ਹੋਇਆ ਕਮੀਜ਼ ਹੀ ਚੁੱਕ ਕੇ ਪਾਉਣ ਲੱਗ ਪਿਆ। ਸੋਨਾ ਰੋਈ ਨਹੀਂ, ਹਰਖੀ ਵੀ ਨਹੀਂ, ਆਪਣੇ ਲੇਖਕ ਪਤੀ ਵੱਲ ਧਿਆਨ ਨਾਲ ਦੇਖਦੀ ਰਹੀ। ਸਭ ਲੈਣੇ ਦੇਣੇ ਦੇ ਸਰਬੰਧ ਨੇ। ਸੋਨਾ ਨੇ ਬੂਟ ਚੁੱਕ ਕੇ ਆਪਣੇ ਪਤੀ ਦੇ ਕੋਲ ਰੱਖਦਿਆਂ ਕਿਹਾ। ਸਾਰਾ ਦਿਨ ਇੰਦਰ ਬੇਚੈਨ ਰਿਹਾ, ਚੱਜ ਨਾਲ ਪੜ੍ਹਾਇਆ ਵੀ ਨਾ ਗਿਆ। ਸੋਚਿਆ ਕੁਝ ਲਿਖ ਹੀ ਲਵੇ। ਅੱਜ ਉਹ ਇੱਕ ਅਜਿਹੀ ਔਰਤ ਬਾਰੇ ਲਿਖਣਾ ਚਾਹੁੰਦਾ ਸੀ ਜਿਹੜੀ ਪਤਾ ਨਹੀਂ ਧੂਏ ਦੀ ਬਣੀ ਹੋਈ ਹੈ ਕਿ ਬੱਦਲਾਂ ਦੀ, ਜਿਹੜੀ ਕਦੇ ਜਦੋਂ ਹੱਸਦੀ ਸੀ ਤਾਂ ਉਹਦੇ ਮੂੰਹ ਫੁੱਲ ਕਿਰਦੇ ਸੀ ਤੇ ਜਦੋਂ ਰੋਂਦੀ ਸੀ ਅੱਖਾਂ 'ਚੋਂ ਮੋਤੀ, ਪਰ ਹੁਣ ਨਾ ਉਹ ਹੱਸਦੀ ਸੀ ਨਾ ਰੋਂਦੀ ਸੀ, ਜਿਹੜੀ ਨਾ ਜਾਣੇ ਕਿਹੜਾ ਦਰਿਆ ਪਾਰ ਕਰਦੀ ਕਰਦੀ ਆਪਣੇ ਆਪ ਤੋਂ ਪਾਰ ਲੰਘ ਗਈ ਸੀ, ਜਿਹਨੇ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ, ਜਿਹੜੀ ਕੋਈ ਭੂਤ ਪ੍ਰੇਤ ਸੀ, ਕੋਈ ਛਾਇਆ ਸੀ ਜਾਂ ਕਿਸੇ ਮਰ ਮੁੱਕੇ ਦੀ ਰੂਹ। ਇੰਦਰ ਨੇ ਆਪਣੇ ਉਸ ਹੱਥ ਵੱਲ ਕਈ ਵਾਰੀ ਦੇਖਿਆ ਜਿਸ ਹੱਥ ਨਾਲ ਸੋਨਾ ਦੇ ਥੱਪੜ ਮਾਰਿਆ ਸੀ। ਸੋਚਿਆ ਅੱਗੋਂ ਤੋਂ ਕੁਝ ਨਹੀਂ ਆਖਾਂਗਾ। ਅੱਜ ਉਹ ਛੇਤੀ ਘਰ ਆ ਗਿਆ। ਘਰ ਆਉਂਦਾ ਉਹ ਸੋਨਾ ਲਈ ਇੱਕ ਸਾੜੀ ਖਰੀਦ ਕੇ ਲਿਆਇਆ। ਅੱਜ ਕੋੜੀਆਂ ਦੀ ਬਸਤੀ 'ਚੋਂ ਬੰਦੇ ਆਏ ਸੀ, ਕਹਿੰਦੇ ਸੀ ਸਰਕਾਰੀ ਰਾਸ਼ਨ ਪਹੁੰਚਿਆ ਨਹੀਂ 4 ਦਿਨ ਤੋਂ। ਸਭ ਛੱਡ ਪਰੇ ਇਹੋ ਜਿਹੀਆਂ ਗੱਲਾਂ ਨਾਲ ਜੀ ਨਾ ਖਰਾਬ ਕਰਿਆ ਕਰ। ਲਿਫਾਫੇ ਵਿੱਚ ਸਾੜੀ ਦੇਖ ਇੰਦਰ ਨੇ ਉਹਦੀ ਗੱਲ ਟੋਕ ਕੇ ਕਿਹਾ। ਮੈਂ ਆਪਣੀਆਂ ਦੋਵੇਂ ਚੂੜੀਆਂ ਦੇ ਦਿੱਤੀਆਂ। ਸੋਨਾ ਨੇ ਗੱਲ ਮੁਕਾਈ। ਇਹੀ 2 ਚੂੜੀਆਂ ਅਜੀਤ ਨੂੰ ਭੇਜਣ ਵੇਲੇ ਬਚੀਆਂ ਸੀ। 2 ਚੂੜੀਆਂ ਮਤਲਬ 400 ਰੁਪਏ। ਇੰਦਰ ਚੁੱਪ ਹੋ ਗਿਆ। ਦੇਖੋ ਨਾ, ਇੱਕ ਪਲ ਲਈ ਉਹਨਾਂ ਦੀ ਥਾਂ ਆਪਣੇ ਆਪ ਨੂੰ ਸੋਚੋ। ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ, ਮੈਨੂੰ, ਤੁਹਾਨੂੰ ਤੇ
ਕੁਝ ਚਿਰ ਚੁੱਪ ਵਰਤੀ ਰਹੀ। ਤੁਸੀਂ ਤਾਂ ਲੇਖਕ ਹੋ, ਫਿਰ ਤੁਸੀਂ ਲਿਖ ਕਿਵੇਂ ਲੈਂਦੇ ਹੋ? ਤੇਰੀ ਮਾਂ ਦੇ ਸਿਰ ਵਾਂਗ। ਆਖ ਉਹਨੇ ਬੂਟਾਂ ਦੇ ਢਿੱਲੇ ਕੀਤੇ ਤਸਮੇ ਫਿਰ ਕੱਸ ਲਏ ਤੇ ਕੋਟ ਪਾ ਕੇ ਬਾਹਰ ਨੂੰ ਤੁਰ ਪਿਆ। ਬਹੁਤ ਰਾਤ ਗਈ ਉਹ ਘਰ ਪਰਤਿਆ, ਸ਼ਰਾਬ ਨਾਲ ਰੱਜਿਆ ਹੋਇਆ। ਸੋਨਾ ਧੂਫ ਗੁੱਗਲ ਦੇ ਧੂੰਏਂ 'ਚ ਘਿਰੀ ਪਾਠ ਪੂਜਾ ਵਾਲੇ ਕਮਰੇ 'ਚ ਬੈਠੀ ਮੀਰਾ ਦਾ ਭਜਨ ਗਾ ਰਹੀ ਸੀ। ਇੰਦਰ ਪਿਛਲੇ ਦਰਵਾਜ਼ੇ 'ਚ ਖੜ੍ਹਾ ਦੇਖਦਾ ਰਿਹਾ। ਕਮਰੇ 'ਚ ਚਾਰੋਂ ਪਾਸੇ ਦੇਵੀ ਦੇਵਤਿਆਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਲੱਗੀਆਂ ਸਨ। ਇੰਦਰ ਨੂੰ ਲੱਗਿਆ ਉਹ ਸਭ ਅੱਖਾਂ ਪਾੜ ਪਾੜ ਉਸ ਵੱਲ ਵੇਖ ਰਹੇ ਹੈ, ਉਹਨੂੰ ਪਹਿਚਾਣ ਰਹੇ ਹੈ। ਕ੍ਰੋਧਿਤ ਹੋ ਉੱਠੇ ਸੀ, ਉਹਨੂੰ ਸਰਾਪ ਦੇ ਰਹੇ ਸੀ। ਇੱਕ ਤਸਵੀਰ ਜਿਵੇਂ ਹੇਠਾਂ ਲੈ ਆਈ ਸੀ, ਫਰਸ਼ ਉੱਤੇ ਬੈਠ ਗਈ ਸੀ। ਮੀਰਾ ਦਾ ਭਜਨ ਗਾਉਣ ਲੱਗ ਪਈ ਸੀ ਤੇ ਸੋਨਾ ਤਣ ਗਈ ਸੀ। ਇੰਦਰ ਦਾ ਮਨ ਕੀਤਾ ਉਸ ਤਸਵੀਰ ਦੇ ਪੈਰ ਫੜ ਲਏ ਤੇ ਆਖੇ, ਦੇਵੀ ਮਾਂ ਤੂੰ ਸੋਨਾ ਕਿੱਥੇ ਭੇਜ ਦਿੱਤੀ? ਦੇਵੀ ਮਾਂ ਸੋਨਾ ਮੈਨੂੰ ਮੋੜ ਦੇ। ਉਹ ਕਦਮ ਪੁੱਟਣ ਹੀ ਲੱਗਿਆ ਸੀ, ਸੋਨਾ ਨੇ ਮੁੜ ਕੇ ਉਸ ਵੱਲ ਦੇਖਿਆ। ਹੌਲੀ ਹੌਲੀ ਕਦਮ ਪੁੱਟਦੀ ਉਹਦੇ ਕੋਲ ਆ ਗਈ, ਪਰ ਇੰਦਰ ਇਸ ਵੇਲੇ ਉਹਨੂੰ ਛੂਹਣ ਤੋਂ ਡਰਦਾ ਸੀ। ਉਹ ਤਾਂ ਕੋਈ ਬੜੀ ਪਵਿੱਤਰ ਜਿਹੀ ਚੀਜ਼ ਸੀ। ਉਹਨੂੰ ਲੱਗਦਾ ਸੀ ਜੇ ਮੈਂ ਇਹਨੂੰ ਛੂਹਿਆ ਇਹ ਭਸਮ ਹੋ ਜਾਏਗੀ, ਪਾਣੀ ਬਣ ਜਾਏਗੀ। ਉਹ ਤਾਂ ਖਬਰੇ ਧੂੰਏਂ ਦੀ ਬਣੀ ਹੋਈ ਹੈ ਜਾਂ ਬੱਦਲਾਂ ਦੀ, ਜਾਂ ਕੋਈ ਭੂਤ ਪ੍ਰੇਤ ਛਾਇਆ ਕਿਸੇ ਮਰੇ ਮੁੱਕੇ ਦੀ ਰੂਹ। ਉਹ ਡਿਡਰਿਆ ਉਸ ਵੱਲ ਵੇਖ ਰਿਹਾ ਸੀ। ਸੋਨਾ ਉਹਦੀ ਬਾਂਹ ਫੜ ਕੇ ਉਹਦੇ ਕਮਰੇ 'ਚ ਲੈ ਗਈ, ਮੰਜੇ 'ਤੇ ਪਾ ਦਿੱਤਾ। ਉਹ ਸੋਨਾ ਦਾ ਹੱਥ ਨਹੀਂ ਸੀ ਛੱਡ ਰਿਹਾ, ਰੋਈ ਜਾ ਰਿਹਾ ਸੀ। ਦੁਨਿਆਵੀ ਮੋਹ ਤਾਂ ਛਲਦਾ ਹੈ, ਪ੍ਰੀਤ ਰੱਬ ਨਾਲ ਲਾਉਣੀ ਚਾਹੀਦੀ ਹੈ ਜਿੱਥੋਂ ਸ਼ਾਂਤੀ ਮਿਲੇ, ਮੁਕਤੀ ਮਿਲੇ। ਸੋਨਾ ਨੇ ਹੌਲੀ ਦੇ ਕੇ ਹੱਥ ਪਿਛਾਂਹ ਖਿੱਚਦੀ ਨੇ ਕਿਹਾ, ਉਹ ਸਾਲਾ ਡੇਰੇ ਵਾਲਾ ਪੂਪਣਾ ਤੈਨੂੰ ਇਹੀ ਸਿਖਾਉਂਦਾ ਰਹਿੰਦਾ? ਹੁਣ ਆ ਕੇ ਬੜੇ ਮੇਰੇ ਘਰ 'ਚ ਟੰਗਾ ਨਾ ਤੋੜਦਾ। ਆ ਬੈਠਦਾ ਤੀਏ ਦਿਨ ਭੋਜਨ ਛਕਣ, ਜਿਵੇਂ ਪਿਓ ਦਾ ਘਰ ਹੁੰਦਾ। ਸਾਹ ਵਰਗਾ ਹੱਟਾ ਕੱਟਾ ਹੈ ਬਈ ਕੰਮ ਕਰ ਕੋਈ। ਜਨਾਨੀਆਂ ਨੂੰ ਮਗਰ ਲਾ ਕੇ ਐਸ਼ਾਂ ਲੁੱਟਦੇ ਨੇ ਕੰਜਰ। ਇੱਥੇ ਮਰ ਜਾਈਦਾ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦੇ। ਰੱਬ ਦੇ ਬੰਦਿਆਂ ਲਈ ਬੁਰੇ ਬਚਨ ਨਹੀਂ ਮੂੰਹੋਂ ਕੱਢੀ ਦੇ। ਰੋਟੀ ਲਿਆਵਾਂ? ਰੱਬ ਤੋਂ ਕੀ ਉਹ ਪਟਾ ਲਿਖਵਾ ਕੇ ਲਿਆਏ ਨੇ? ਰੱਬ ਦੇ ਨਾਂ 'ਤੇ ਤੁਹਾਡੇ ਵਰਗੇ ਬੇਵਕੂਫਾਂ ਦਾ ਉੱਲੂ ਬਣਾਉਂਦੇ ਆਪ ਐਸ਼ਾਂ ਕਰਦੇ ਨੇ। ਅਸੀਂ ਕਿਸੇ ਨੂੰ ਬੁਰਾ ਆਖ ਕੇ ਕਿਉਂ ਪਾਪਾਂ ਦੇ ਅਧਿਕਾਰੀ ਬਣੀਏ? ਆਪਣੀ ਕਰਨੀ ਕੋਈ ਕਿਹੋ ਜਿਹਾ ਵੀ ਹੋਵੇ, ਜਿਹੜਾ ਕਰੂਗਾ ਭਰੂਗਾ। ਅਸੀਂ ਤਾਂ ਅੱਗੇ ਹੀ ਖਬਰ ਨਹੀਂ ਕਿਹੜੇ ਕਰਮਾਂ ਦੇ ਧੱਕੇ ਫਿਰਦੇ ਹਾਂ। ਸੋਨਾ ਦੱਸੋ, ਤੂੰ ਨਾਰਾਜ਼ ਹੈ ਮੇਰੇ ਨਾਲ? ਅਸਲ 'ਚ ਇੱਕ ਦੋਸਤ ਟੱਕਰ ਗਿਆ ਸੀ, ਉਹਨੇ ਪਿਲਾਤੀ ਘੁੱਟ। ਸੋਨਾ ਕੁਛ ਨਹੀਂ ਬੋਲੀ। ਅੱਛਾ ਅੱਗੇ ਤੋਂ ਨਹੀਂ ਪੀਆਂਗਾ। ਸੋਨਾ ਫਿਰ ਵੀ ਨਹੀਂ ਬੋਲੀ। ਅੱਛਾ ਕਸਮ ਖਾਨਾ ਬਾਬਾ। ਕੀ ਫਜ਼ੂਲ ਗੱਲਾਂ ਕਰ ਰਹੇ ਹੋ? ਸੋਨਾ ਨੇ ਕਾਹਲੀ ਪੈਂਦਿਆਂ ਕਿਹਾ। ਮੈਂ ਪੁੱਛਦਾ ਤੂੰ ਨਾਰਾਜ਼ ਤਾਂ ਨਹੀਂ ਮੇਰੇ ਨਾਲ? ਬਸ ਇਹੀ ਕੰਮ ਰਹਿ ਗਿਆ ਮੇਰੇ ਲਈ। ਹਾਂ ਪਰ ਤੈਨੂੰ ਕੀ, ਮੈਂ ਚਾਹੇ ਜਹੰਨਮ 'ਚ ਜਾਵਾਂ। ਆਖੋ ਨੇ ਸੋਨਾ ਦਾ ਹੱਥ ਝਟਕ ਦਿੱਤਾ। ਸੋਨਾ ਉੱਠ ਕੇ ਜਾਣ ਲੱਗੀ ਸੀ, ਪਰ ਫਿਰ ਉਹਨੂੰ ਕੋਈ ਗੱਲ ਯਾਦ ਆ ਗਈ। 2 ਪਲ ਚੁੱਪ ਵਰਤੀ ਰਹੀ। ਅਗਲੇ ਹਫ਼ਤੇ ਗੁਰਜੀਤ ਦਾ ਵਿਆਹ ਹੈ। ਇੰਦਰ ਨੇ ਗੱਲ ਤੋਰੀ। ਹਾਂ ਤੂੰ ਕੁਛ ਦਿਨ ਪਹਿਲਾਂ ਚਲੀ ਜਾਈਂ, ਮੈਂ ਤਾਂ ਦਿਨ ਦੇ ਦਿਨ ਹੀ ਜਾ ਸਕਾਂਗਾ। ਤੁਸੀਂ ਜਾ ਆਏ ਹੋ, ਮੈਂ ਕੀ ਕਰਨਾ? ਕਮਾਲ ਕਰਦੀ ਹੈ, ਭਰਾ ਤੇਰੇ ਦਾ ਵਿਆਹ ਹੈ ਤੇ ਜਾਵਾਂ ਮੈਂ? ਮੈਂ ਤਾਂ ਖਬਰ ਨਹੀਂ ਮਰਨਾ ਏ। ਮੈਨੂੰ ਤਾਂ ਜਾਣੀ ਕਿਸੇ ਨਾਲ ਮੋਹ ਪਿਆਰ ਹੀ ਨਹੀਂ ਰਿਹਾ। ਮੈਨੂੰ ਲੱਗਦਾ ਹੀ ਨਹੀਂ ਕੋਈ ਮੇਰਾ ਸਕਾ ਭਰਾ ਹੈ। ਤੇਰਾ ਕੋਈ ਕੁਝ ਵੀ ਲੱਗਦਾ ਹੈ? ਘਰ 'ਚ ਵੀ ਇਉਂ ਤੁਰੀ ਫਿਰਦੀ ਰਹਿੰਦੀ ਹੈ ਜਿਵੇਂ ਮੰਗ ਕੇ ਲਿਆਂਦੀ ਹੋਵੇ। ਤੈਨੂੰ ਹੋ ਕੀ ਗਿਆ? ਮੋਹ ਦੁੱਖਾਂ ਦਾ ਕਾਰਨ ਹੁੰਦਾ ਹੈ। ਬੰਦੇ ਨੂੰ ਕਿਸੇ ਵੀ ਚੀਜ਼ ਨਾਲ ਮੋਹ ਨਹੀਂ ਕਰਨਾ ਚਾਹੀਦਾ। ਇੱਕ ਉਸ ਪ੍ਰਭੂ ਨਾਲ ਪ੍ਰੀਤ ਪਾਉਣੀ ਚਾਹੀਦੀ ਹੈ ਜਿੱਥੋਂ ਮੁਕਤੀ ਮਿਲੇ। ਸੋਨਾ ਤੂੰ ਇਸ ਸਭ ਕਾਸੇ ਤੋਂ ਕਿਉਂ ਮੁਕਤ ਹੋਣਾ ਚਾਹੁੰਦੀ ਹੈ? ਆਖਿਰ ਤੈਨੂੰ ਕੀ ਦੁੱਖ ਹੈ? ਇੰਦਰ ਨੇ ਉਦਾਸ ਹੋ ਕੇ ਪੁੱਛਿਆ। ਦੁੱਖ? ਦੁੱਖ ਕੀ ਹੁੰਦਾ? ਨਹੀਂ ਮੈਂ ਤਾਂ ਕਿਸੇ ਗੱਲੋਂ ਦੁਖੀ ਨਹੀਂ। ਉਂਝ ਮੇਰਾ ਜਾਣੀ ਕਿਧਰੇ ਚਿੱਤ ਜਿਹਾ ਨਹੀਂ ਲੱਗਦਾ। ਇੰਦਰ ਕੁਛ ਨਹੀਂ ਬੋਲਿਆ। ਸੋਨਾ ਵੀ ਚੁੱਪ ਸੀ। ਇੰਦਰ ਨੂੰ ਫਿਰ ਖਿਆਲ ਆਇਆ, ਸੋਨਾ ਤਾਂ ਜਿਵੇਂ ਧੂੰਏਂ ਦੀ ਬਣੀ ਹੋਈ ਹੈ, ਬੱਦਲਾਂ ਦੀ। ਜਾਂ ਉਹ ਸੋਨਾ ਹੈ ਹੀ ਨਹੀਂ, ਇਹ ਤਾਂ ਕੋਈ ਪ੍ਰੇਤ ਛਾਇਆ ਹੈ, ਕਿਸੇ ਮਰ ਮੁੱਕੇ ਦੀ ਰੂਹ। ਇਹਦਾ ਕਿਧਰੇ ਚਿੱਤ ਜਿਹਾ ਨਹੀਂ ਲੱਗਦਾ। ਮੁਕਤੀ ਭਾਲਦੀ ਸੋਨਾ ਦੇ ਜ਼ਹਿਨ 'ਚ ਇੱਕ ਬੱਚਾ ਰੋਇਆ, ਜਿਹੜਾ ਹੁਣ ਨੂੰ 7 ਸਾਲਾਂ ਦਾ ਹੋਣਾ ਸੀ, ਜਿਹਨੇ ਹੁਣ ਤੱਕ 2 ਜਮਾਤਾਂ ਪੜ੍ਹ ਚੁੱਕਣਾ ਸੀ। ਉਸ ਲਈ ਰੋਟੀ ਬਣਾਉਂਦਿਆਂ, ਉਹਦੇ ਕੱਪੜੇ ਧੋਂਦਿਆਂ, ਉਹਨੂੰ ਸਕੂਲ ਲਈ ਤਿਆਰ ਕਰਦਿਆਂ, ਉਹਨੂੰ ਸਕੂਲੋਂ ਉਡੀਕਦਿਆਂ, ਉਹਨੂੰ ਸੁਲਾਉਂਦਿਆਂ, ਉਹਨੂੰ ਜਾਗਾਉਂਦਿਆਂ ਸ਼ਾਇਦ ਸੋਨਾ ਨੂੰ ਯਾਦ ਨਾ ਆਉਂਦਾ ਕਿ ਉਹਦਾ ਚਿਹਰਾ ਕਿਧਰੇ ਚਿੱਤ ਜਿਹਾ ਨਹੀਂ ਲੱਗਦਾ। ਅਤੇ ਇੱਕ ਉਹ ਤੋਂ ਛੋਟਾ ਕੀ ਨਾਮ ਲੈਣਾ ਅਣਹੋਇਆਂ ਦਾ? ਸੋਨਾ ਨੇ ਸੋਚਿਆ ਤੇ ਇੱਕ ਲੰਬਾ ਸਾਹ ਭਰਿਆ, ਜਿਵੇਂ ਅੰਦਰ ਜੋ ਕੁਝ ਸੁਲਗਦਾ ਸੀ ਉਹਨੂੰ ਬਾਹਰ ਕੱਢ ਦੇਣਾ ਚਾਹੁੰਦੀ ਹੋਵੇ। ਸ਼ਾਇਦ ਉਹਦੇ ਪਤੀ ਨੇ ਉਹਦੀ ਅਣਕਹੀ ਗੱਲ ਸੁਣ ਲਈ। ਬੋਲਿਆ, ਸੋਨਾ
ਅਜੇ ਤਾਂ ਤੂੰ ਜਵਾਨ ਏ, ਅਜੇ ਤਾਂ ਮੈਂ ਵੀ ਜਵਾਨ ਹਾਂ। ਲੇਖਕ ਨੂੰ ਬੰਧਨ ਨਹੀਂ ਚਾਹੀਦੇ, ਸੋਨਾ ਨੇ ਉਸੇ ਦਾ ਫਿਕਰਾ ਦੁਹਰਾਇਆ। ਪਰ ਲਿਖਣਾ ਜਿਉਣ ਨਾਲੇ ਤੋਂ ਜ਼ਰੂਰੀ ਨਹੀਂ, ਤੇਰੇ ਨਾਲੋਂ ਜ਼ਰੂਰੀ ਤਾਂ ਨਹੀਂ। ਜ਼ਰੂਰੀ ਤਾਂ ਕੁਝ ਵੀ ਨਹੀਂ, ਜੋ ਰੱਬ ਕਰਦਾ ਹੈ ਸਭ ਠੀਕ ਕਰਦਾ ਹੈ। ਰੱਬ 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 ਸਾਰਾ ਦਿਨ ਕੀ ਬਕਵਾਸ ਲਾਈ ਰੱਖਦੀ ਹੈ। ਇਹ ਘਰ ਹੈ ਕਿ ਮੰਦਰ ਨਹੀਂ? ਕਈ ਮੂਰਖਾਂ ਨੂੰ ਰੱਬ ਭੂਤ ਹੋ ਚੰਬੜਦਾ। ਤੂੰ ਡੇਰੇ ਵਾਲੇ ਮੁਸ਼ਟੰਡਿਆਂ ਦੇ ਮਗਰ ਲੱਗ ਕੇ ਆਪ ਤਾਂ ਡੁੱਬੇਂਗੀ, ਮੈਨੂੰ ਵੀ ਡੁੱਬੇਂਗੀ। ਉਹ ਤਾਂ ਕੁਆਰੀਆਂ ਨੂੰ ਵੀ ਮੁੰਡਾ ਦੇ ਛੱਡਦੇ ਨੇ, ਤੇ ਤੈਂ ਮੈਨੂੰ ਵੀ ਅਛੂਤ ਬਣਾ ਛੱਡਿਆ। ਆਖਦਿਆਂ ਉਹਨੇ ਸੋਨਾ ਨੂੰ ਆਪਣੇ ਵੱਲ ਘੜੀਸਿਆ। ਐਨ ਉਸੇ ਵੇਲੇ ਬਿਜਲੀ ਬੁਝ ਗਈ। ਬਿਜਲੀ ਤਾਂ ਅੱਗੇ ਵੀ ਕਈ ਵਾਰੀ ਬੁੱਝ ਜਾਂਦੀ ਸੀ, ਪਰ ਉਸ ਹਨੇਰੇ 'ਚ ਇੰਦਰ ਨੇ ਸੁਣਿਆ, ਹੇ ਰਾਮ, ਨਹੀਂ ਨਹੀਂ। ਤੇ ਉਹਨੂੰ ਲੱਗਿਆ ਇਹ ਆਵਾਜ਼ ਸੋਨਾ ਦੀ ਨਹੀਂ ਸੀ। ਇਹ ਤਾਂ ਪਾਠ ਪੂਜਾ ਵਾਲੇ ਕਮਰੇ 'ਚ ਲੱਗੀ ਤਸਵੀਰ 'ਚ ਕਮਲ ਫੁੱਲ ਉੱਤੇ ਬੈਠੀ ਵੀਣਾ ਵਜਾ ਰਹੀ ਸਰਸਵਤੀ ਦੀ ਆਵਾਜ਼ ਸੀ, ਜਿਹਨੇ ਅੱਜ ਸੋਨਾ ਦੇ ਕੱਪੜੇ ਪਾ ਲਏ ਸਨ। ਉਹ ਧਦਕ ਗਿਆ। ਉਹਨੇ ਸੋਨਾ ਦੀ ਬਾਂਹ ਛੱਡ ਦਿੱਤੀ। ਸੋਨਾ ਕਮਰੇ ਤੋਂ ਬਾਹਰ ਆ ਗਈ। ਬੱਤੀ ਜਗ ਪਈ। ਇੰਦਰ ਨੇ ਬਾਹਰ ਆ ਕੇ ਦੇਖਿਆ ਸੋਨਾ ਫਿਰ ਪਾਠ ਪੂਜਾ ਵਾਲੇ ਕਮਰੇ 'ਚ ਜਾ ਬੈਠੀ ਸੀ। ਇੱਕ ਉਹਦਾ ਦਿਲ ਕੀਤਾ ਉਹਨੂੰ ਵਾਲਾਂ ਤੋਂ ਫੜ ਕੇ ਬਾਹਰ ਘੜੀਸ ਲਵੇ, ਉਹਦੀ ਸਫੈਦ ਸਾੜੀ ਲੀਰ ਕਰ ਦੇਵੇ, ਉਹਨੂੰ ਮਾਰ ਮਾਰ ਕੇ ਬੇਹੋਸ਼ ਕਰ ਦੇਵੇ, ਸਾਰੀਆਂ ਮੂਰਤਾਂ ਤੇ ਤਸਵੀਰਾਂ ਵੀ ਕਮਰੇ ਤੋਂ ਬਾਹਰ ਵਗਾ ਮਾਰੇ। ਫਿਰ ਉਹਨੂੰ ਲੱਗਿਆ ਸੋਨਾ ਤਾਂ ਇੱਥੇ ਹੈ ਹੀ ਨਹੀਂ, ਇੱਥੇ ਤਾਂ ਸਭ ਤਸਵੀਰਾਂ ਹੀ ਤਸਵੀਰਾਂ। ਤੇ ਉਹ ਹੰਭਿਆ ਹਾਰਿਆ ਆਪਣੇ ਕਮਰੇ 'ਚ ਵਾਪਸ ਆ ਗਿਆ। ਉਹਨੂੰ ਲੱਗਦਾ ਸੀ ਉਹ ਪਾਗਲ ਹੋ ਜਾਏਗਾ। ਅਜੀਤ ਨੇ ਫੇਰ ਪੜ੍ਹਿਆ, ਲਿਖਿਆ ਸੀ, ਸੋਨਾ ਤਾਂ ਜਿਵੇਂ ਪਹਿਲਾਂ ਵਾਲੀ ਸੋਨਾ ਹੀ ਨਹੀਂ, ਉਹ ਤਾਂ ਜਿਵੇਂ ਧੂਏਂ ਦੀ ਬਣੀ ਹੋਈ ਔਰਤ ਹੈ ਜਿਹੜੀ ਹੱਥ ਲਾਇਆ ਭਸਮ ਹੋ ਜਾਏਗੀ। ਇਹ ਤਾਂ ਜਿਵੇਂ ਪ੍ਰੇਤ ਛਾਇਆ ਹੈ ਕਿਸੇ ਮਰ ਮੁੱਕੇ ਦੀ ਰੂਹ। ਸੋਨਾ ਭਾਬੀ, ਤੂੰ ਤਾਂ ਬਹੁਤ ਤਕੜੀ ਸੀ, ਇਹ ਤੈਨੂੰ ਕੀ ਹੋ ਗਿਆ? ਹਜ਼ਾਰਾਂ ਮੀਲ ਦੂਰ ਬੈਠੇ ਅਜੀਤ ਨੇ ਅੱਖਾਂ ਭਰ ਕੇ ਉਹਨੂੰ ਪੁੱਛਿਆ। ਸੋਨਾ ਇਉਂ ਤੁਰੀ ਫਿਰ ਰਹੀ ਸੀ ਜਿਵੇਂ ਉਹਨੂੰ ਕੁਝ ਵੀ ਤਾਂ ਨਹੀਂ ਹੋਇਆ। ਉਹ ਚੰਗੀ ਭਲੀ ਹੈ। ਅੱਜ ਉਹਦੇ ਘਰ ਇੱਕ ਓਪਰੀ ਔਰਤ ਮਹਿਮਾਨ ਆਈ। ਉਹਦੇ ਬਿਨਾਂ ਦੱਸਿਆਂ ਹੀ ਸੋਨਾ ਨੂੰ ਪਤਾ ਲੱਗ ਗਿਆ ਕਿ ਇਹ ਰਾਣੀ ਹੈ। ਆਥਣੇ ਜਦੋਂ ਇੰਦਰ ਘਰ ਆਇਆ, ਉਦੋਂ ਤੱਕ ਸੋਨਾ ਨੇ ਇੱਕ ਕਮਰੇ 'ਚ ਰਾਣੀ ਦਾ ਅਟੈਚੀ ਕੇਸ ਸਜਾ ਦਿੱਤਾ ਸੀ, ਮੰਜਾ ਵਿਛਾ ਦਿੱਤਾ ਸੀ। ਉਹਨੂੰ ਇੰਦਰ ਦੀ ਹੁਣੇ ਛਪ ਕੇ ਆਈ ਕਿਤਾਬ ਲਿਆ ਦਿੱਤੀ ਸੀ। ਉਹਨੂੰ ਹਮੇਸ਼ਾ ਇੱਥੇ ਰਹਿ ਪੈਣ ਲਈ ਆਖ ਦਿੱਤਾ ਸੀ। ਦੋਵਾਂ ਲਈ ਸੋਨਾ ਚਾਹ ਲੈ ਆਈ। ਤੁਹਾਡੀ ਪਤਨੀ ਬਹੁਤ ਚੰਗੀ ਹੈ, ਮੈਂ ਇਹਨੂੰ ਦੱਸ ਦਿੱਤਾ ਸੀ ਮੈਂ ਤੁਹਾਨੂੰ ਆਖਰੀ ਵਾਰੀ ਮਿਲਣ ਆਈ ਹਾਂ ਅਤੇ ਮੈਂ ਆਤਮਘਾਤ ਕਰ ਲੈਣਾ, ਰਾਣੀ ਨੇ ਦੱਸਿਆ। ਪਰ ਕਿਉਂ? ਇੰਦਰ ਨੇ ਘਬਰਾਹਟ ਲੁਕਾਉਂਦਿਆਂ ਪੁੱਛਿਆ। ਅਜੇ ਪੁੱਛਦੇ ਹੋ ਕਿਉਂ? ਉਹ ਵੀ ਕੋਈ ਬੰਦਾ ਹੈ ਜਿਸ ਨਾਲ ਤੁਸੀਂ ਮੈਨੂੰ ਨਰੜ ਦਿੱਤਾ? ਸਾਰਾ ਦਿਨ ਮਰੀਜ਼ ਮਰੀਜ਼ ਮਰੀਜ਼, ਮੈਨੂੰ ਤਾਂ ਆਪ ਵੀ ਇੱਕ ਮਰੀਜ਼ ਲੱਗਣ ਲੱਗ ਪਿਆ। ਐਡਾ ਕਾਬਿਲ ਡਾਕਟਰ ਹੈ, ਤਦ ਹੀ ਤਾਂ ਇੰਨੇ ਮਰੀਜ਼ ਆਉਂਦੇ ਨੇ। ਨਾਲੇ ਜਿੰਨੇ ਮਰੀਜ਼ ਬਹੁਤੇ ਉਨੀ ਬਹੁਤੀ ਕਮਾਈ। ਹੱਡੀਆਂ ਜੋੜਨ ਤੋੜਨ ਤੋਂ ਬਿਨਾਂ ਉਹਨੂੰ ਹੋਰ ਕੀ ਆਉਂਦਾ? 20 ਵਾਰੀ ਇੱਕ ਪੁੱਠੀ ਇੱਕ ਸਿੱਧੀ ਜੁਰਾਬ ਪਾ ਕੇ ਹਸਪਤਾਲ ਨੂੰ ਚਲਿਆ ਜਾਂਦਾ। ਵੱਡਿਆਂ ਆਦਮੀਆਂ ਨੂੰ ਨਿੱਕੀਆਂ ਗੱਲਾਂ ਦੀ ਪਰਵਾਹ ਨਹੀਂ ਹੁੰਦੀ। ਮੰਜੇ 'ਤੇ ਡਿੱਗਦੇ ਸਾਰ ਲੱਗ ਜੂ ਘੁਰਾੜੇ ਮਾਰਨ, ਨਾ ਕੋਈ ਗੱਲ ਨਾ ਬਾਤ। ਸਾਰੇ ਦਿਨ ਦੇ ਕੰਮ ਦਾ ਥੱਕਿਆ ਅਗਲਾ ਹੋਰ ਕੀ ਕਰੇ? ਜੇ ਆਖੇ ਸਿਨੇਮਾ ਚੱਲੀਏ, ਅੱਵਲ ਤੇ ਜਾਣਾ ਨਹੀਂ, ਆਖੇ ਪੂਰੇ 3 ਘੰਟੇ ਖਰਾਬ ਹੁੰਦੇ ਨੇ। ਭੁੱਲਿਆ ਚੁੱਕਿਆ ਰੱਬ ਦਾ ਬੰਦਾ ਜਾਊ ਤਾਂ ਜਾ ਕੇ ਉੱਥੇ ਸੌਂ ਜਾਊ। ਉਹਨੂੰ ਨਹੀਂ ਇਹ ਗੱਲਾਂ ਦਿਲਚਸਪ ਲੱਗਦੀਆਂ ਵੀ 2 ਮੁੰਡੇ ਹੈ, ਇੱਕ ਕੁੜੀ ਹੈ, ਜਾਂ 2 ਕੁੜੀਆਂ ਇੱਕ ਮੁੰਡਾ ਹੈ। ਇਸ਼ਕ ਪ੍ਰੇਮ ਹੈ, ਉਹ ਤਾਂ ਬਹੁਤ ਸਮਾਂ ਲੋਕਾਂ ਨੂੰ ਜ਼ਿੰਦਗੀ ਲਈ ਮੌਤ ਨਾਲ ਘੋਲ ਕਰਦਿਆਂ ਵੇਖਦਾ। ਡਾਕਟਰ ਜੋ ਹੋਇਆ ਕੁਝ ਵੀ ਹੈ, ਬੜਾ ਬੋਰ ਜਾਨਵਰ ਜਿਹਾ। ਪਰ ਤੂੰ ਆਤਮਘਾਤ ਕਿਸ ਲਈ ਕਰਨਾ? ਮੈਂ ਨਹੀਂ ਉਸ ਬੰਦੇ ਨਾਲ ਹੋਰ ਰਹਿ ਸਕਦੀ, ਉਹਨੂੰ ਮੇਰੀ ਲੋੜ ਵੀ ਤਾਂ ਨਹੀਂ। ਤੈਨੂੰ ਕਿਵੇਂ ਪਤਾ ਉਹਨੂੰ ਤੇਰੀ ਲੋੜ ਨਹੀਂ? ਅੱਜ ਤੱਕ ਇੱਕ ਵਾਰੀ ਵੀ ਉਹਨੇ ਨਹੀਂ ਕਿਹਾ ਕਿ ਆਪਣੀ ਔਰਤ ਨੂੰ ਮੂੰਹ ਨਾਲ ਦੱਸਣ ਦੀ ਭਲਾ ਕਦੋਂ ਲੋੜ ਹੁੰਦੀ ਹੈ। ਉਂਝ ਵੀ ਮੈਂ ਮਹਿਸੂਸ ਕਰਦੀ ਹਾਂ ਕਿ ਕਮਾਈ ਮੈਂ ਇਸ ਆਦਮੀ ਦੀ ਖਾਂਦੀ ਹਾਂ, ਇਹਦੇ ਘਰ 'ਚ ਰਹਿੰਦੀ ਹਾਂ, ਇਹਦੀ ਪਤਨੀ ਕਹਾਉਂਦੀ ਹਾਂ, ਸੋਚਦੀ ਕਿਸੇ ਹੋਰ ਮਰਦ ਬਾਰੇ ਹਾਂ। ਮੇਰੇ ਕੋਲ ਹਿੱਸਿਆਂ 'ਚ ਵੰਡ ਕੇ ਨਹੀਂ ਜਿਉਇਆ ਜਾਂਦਾ। ਇੱਕ ਦਿਨ ਹਾਰ ਕੇ ਮੈਂ ਸਭ ਉਹਨੂੰ ਦੱਸ ਵੀ ਦਿੱਤਾ। ਫਿਰ ਕੀ ਬੋਲਿਆ? ਇੰਦਰ ਨੇ ਤੌਖਲੇ ਨਾਲ ਪੁੱਛਿਆ। ਕੁਛ ਨਹੀਂ ਬੋਲਿਆ। ਕੁਛ ਵੀ ਨਹੀਂ? ਨਹੀਂ, ਕੁਛ ਵੀ ਨਹੀਂ। ਉਸ ਦਿਨ ਸਗੋਂ ਸਾਰੀ ਰਾਤ ਹੀ ਆਪਰੇਸ਼ਨ ਕਰਦਾ ਰਿਹਾ। ਮੈਂ ਸਗੋਂ ਘਬਰਾ ਗਈ। 3 ਵਾਰੀ ਹਸਪਤਾਲ ਟੈਲੀਫੋਨ ਕੀਤਾ। ਹਰ ਵਾਰੀ ਅਗਲਿਆਂ ਦੱਸਿਆ ਡਾਕਟਰ ਸਾਹਿਬ ਆਪਰੇਸ਼ਨ ਥੀਏਟਰ 'ਚ ਨੇ। ਅਗਲੇ ਦਿਨ ਉਹਦਾ ਰੰਗ ਜ਼ਰਾ ਕੁ ਪੀਲਾ ਪਿਆ ਹੋਇਆ ਸੀ। ਉਂਝ ਉਸ 'ਚ ਕੋਈ ਫਰਕ ਨਹੀਂ ਸੀ। ਬੜਾ ਚੰਗਾ ਬੰਦਾ ਹੈ ਤੂੰ। ਇਸੇ ਲਈ ਮੈਂ ਉੱਥੇ ਨਹੀਂ ਰਹਿ ਸਕਦੀ। ਪਰ ਕਰੇਂਗੀ ਕੀ ਫਿਰ? ਤੁਹਾਡੇ ਕੋਲ ਰਹਾਂਗੀ। ਮੇਰੇ ਕੋਲ? ਹਾਂ, ਮੈਨੂੰ ਡਰ ਤੁਹਾਡੀ ਪਤਨੀ ਦਾ ਸੀ। ਉਹਨੂੰ ਜਦੋਂ ਕੋਈ ਇਤਰਾਜ਼ ਨਹੀਂ। ਇਹ ਕਹਿਣ ਦੀਆਂ ਗੱਲਾਂ ਨੇ। ਕੋਈ ਔਰਤ ਕਦੋਂ ਬਰਦਾਸ਼ਤ ਕਰਦੀ ਹੁੰਦੀ ਹੈ ਕਿ ਕੋਈ ਹੋਰ ਔਰਤ? ਮੈਂ ਉਹਨੂੰ ਪੁੱਛਿਆ ਸੀ, ਉਹ ਕਹਿੰਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਕੀ? ਹੋਰ ਕਿਸੇ ਦੀ ਮੈਨੂੰ ਪਰਵਾਹ ਨਹੀਂ। ਤੁਸੀਂ ਆਪ ਹੀ ਤਾਂ ਆਖਦੇ ਹੁੰਦੇ ਹੋ, ਹਰ ਕਦਰ ਕੀਮਤ ਅਸੂਲ ਬੰਧਨ ਨਾਲੋਂ ਬੰਦੇ ਦਾ ਮੁੱਲ ਬਹੁਤ ਹੈ। ਸੋਨਾ, ਇੰਦਰ ਨੇ ਆਵਾਜ਼ ਦਿੱਤੀ।
ਸੋਨਾ ਆ ਗਈ। ਤੂੰ ਰਾਣੀ ਨੂੰ ਕਿਹਾ ਤੈਨੂੰ ਕੋਈ ਇਤਰਾਜ਼ ਨਹੀਂ? ਦੇਖੋ ਨਾ, ਜੇ ਇਹਨੇ ਆਤਮਘਾਤ ਕਰ ਲਿਆ, ਆਤਮਘਾਤੀ ਮਹਾਪਾਪੀ ਹੋਰੇ ਜਾਵੇ ਵੀ ਕਿੱਥੇ ਤੁਹਾਡੇ ਕਾਰਨ। ਬਕਵਾਸ ਬੰਦ ਕਰ, ਜਾ ਤੂੰ। ਇੰਦਰ ਖਿੱਚ ਕੇ ਪਿਆ। ਇੰਦਰ ਨੇ ਠੰਡੇ ਮਨ ਨਾਲ ਰਾਣੀ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਕਮਲੀਏ, ਇਸ਼ਕ ਮੁਸ਼ਕ ਦੀਆਂ ਗੱਲਾਂ 4 ਦਿਨ ਦੀਆਂ ਗੱਲਾਂ ਹੁੰਦੀਆਂ ਨੇ, ਨਿਰੀ ਲਹੂ ਦੀ ਗਰਮੀ। ਅਸਲੀ ਸੁੱਖ ਆਰਾਮ ਪਤੀ ਦੇ ਘਰ ਹੀ ਹੁੰਦਾ। ਆਤਮਘਾਤ ਵੀ ਇੱਕ ਪਾਗਲਪਨ ਹੈ। ਤੁਸੀਂ ਲਿਖਦੇ ਕੁਝ ਹੋਰ ਹੋ ਤੇ ਹੁਣ ਆਪ ਵੀ ਦੁਨੀਆਦਾਰਾਂ ਵਾਲੀਆਂ ਗੱਲਾਂ ਕਰਨ ਲੱਗ ਪਏ ਹੋ। ਰਾਣੀ ਨੇ ਰੋਣ ਹਾਕੀ ਹੋ ਕੇ ਕਿਹਾ। ਪਰ ਉਸ ਕਮਲੀ ਨੂੰ ਉਹ ਕਿਵੇਂ ਸਮਝਾਉਂਦਾ ਕਿ ਸਾਹਿਤ ਲਿਖਣਾ ਹੋਰ ਗੱਲ ਹੈ, ਸਾਹਿਤ ਜਿਉਣਾ ਹੋਰ ਗੱਲ। ਦਿਲ 'ਚ ਇੰਦਰ ਬੜਾ ਖਿਜਿਆ। ਇਹ ਜਨਾਨੀਆਂ ਵੀ ਕੀ ਬਲਾ ਹੁੰਦੀਆਂ ਨੇ, ਸਾਰੀ ਉਮਰ ਇਹ ਗਰੋਈ ਨਹੀਂ ਕਰਦੀਆਂ। ਬਹੁਤ ਸਮਝਾ ਬੁਝਾ ਕੇ ਜਦੋਂ ਰਾਣੀ ਨੂੰ ਪੇਕਿਆਂ ਲਈ ਗੱਡੀ ਚੜ੍ਹਾ ਕੇ ਆਇਆ ਤਾਂ ਸੋਨਾ ਬੜੇ ਆਰਾਮ ਨਾਲ ਸੁੱਤੀ ਪਈ ਸੀ। ਤੂੰ ਕੀ ਬੇਵਕੂਫੀਆਂ ਕਰਦੀ ਹੁੰਨੀ ਹੈ? ਕੱਲ੍ਹ ਨੂੰ ਉਹਦੇ ਆਦਮੀ ਨੇ ਦਾਅਵਾ ਕਰ ਦੇਣਾ ਸੀ ਵੀ ਮੇਰੀ ਜਨਾਨੀ। ਇੰਦਰ ਸੋਨਾ ਉੱਤੇ ਬਰਸ ਪਿਆ। ਤੁਸੀਂ ਲਿਖ ਕਿਵੇਂ ਲੈਂਦੇ ਹੋ? ਸੋਨਾ ਨੇ ਫਜ਼ੂਲ ਜਿਹਾ ਸਵਾਲ ਕੀਤਾ। ਤੇਰੀ ਮਾਂ ਦੇ ਸਿਰ ਵਾਂਗ, ਨਾਲੇ ਆਪਣੀ ਮਾਂ ਦੇ ਸਿਰ ਵਾਂਗ। ਲਿਖਣ ਲਈ ਬੰਦੇ ਨੂੰ ਇੱਕ ਕਾਗਜ਼ ਪੈਨਸਿਲ ਚਾਹੀਦਾ ਹੁੰਦਾ, ਹੋਰ ਕੁਛ ਨਹੀਂ, ਸਮਝੀ? ਇੱਕ ਸਿਆਲਕੋਟ ਦਾ ਰਾਜਾ ਸੀ। ਕਿਲ੍ਹਾ ਬਣਾਉਣ ਲੱਗਿਆ। ਕਿਲ੍ਹਾ ਤਾਂ ਬਣ ਗਿਆ, ਪਰ ਉਹਦੀ ਚੜ੍ਹਦੇ ਵੱਲ ਦੀ ਦੀਵਾਰ ਜਦੋਂ ਵੀ ਬਣੇ ਡਿੱਗ ਪਵੇ। ਇੱਕ ਵਿਧਵਾ ਦੇ ਪੁੱਤਰ ਨੂੰ ਨੀਂਹ 'ਚ ਚਿਣ ਕੇ ਜਦੋਂ ਕੰਧ ਉਸਾਰੀ ਗਈ, ਫੇਰ ਨਹੀਂ ਡਿੱਗੀ। ਤੁਹਾਡਾ 2 ਮੰਜ਼ਲਾ ਮਕਾਨ ਵੀ ਡਿੱਗ ਪੈਣਾ ਸੀ। ਸੋਨਾ ਨੇ ਨਾ ਜਾਣੇ ਕਿੱਥੋਂ ਦੀ ਗੱਲ ਕਿੱਥੇ ਆਖੀ। ਕੀ ਇੰਦਰ ਉਹਦੇ ਮੂੰਹ ਵੱਲ ਤੱਕਦਾ ਰਿਹਾ, ਉਸ ਧੂੰਏਂ ਦੀ ਬਣੀ ਜਾਂ ਬੱਦਲਾਂ ਦੀ ਬਣੀ ਔਰਤ ਦੇ ਮੂੰਹ ਵੱਲ। ਫਿਰ ਗੱਲ ਜਿਵੇਂ ਉਹਦੀ ਸਮਝ 'ਚ ਪੈ ਗਈ, ਬੋਲਿਆ, ਡਿੱਗ ਪੈਣ ਦੇ 2 ਮੰਜ਼ਲਾ ਮਕਾਨ, ਮੈਂ ਤੈਨੂੰ ਨੀਂਹ 'ਚ ਨਹੀਂ ਪਾਵਾਂਗਾ। ਸੋਨਾ ਹੱਸ ਪਈ, ਜਿਵੇਂ ਕਿਸੇ ਬੱਚੇ ਦੀ ਕਿਸੇ ਕਮਲੀ ਗੱਲ 'ਤੇ ਕੋਈ ਹੱਸ ਪੈਂਦਾ ਹੈ। ਅਜੀਤ ਨੇ ਖੱਤ ਅੱਗੇ ਪੜ੍ਹਨਾ ਸ਼ੁਰੂ ਕੀਤਾ। ਲਿਖਿਆ ਸੀ, ਅਜੀਤ, ਬਹੁਤ ਦਿਨਾਂ ਤੋਂ ਮੈਂ ਕੁਛ ਲਿਖਿਆ ਵੀ ਨਹੀਂ। ਚੰਗੀ ਭਾਵੇਂ ਮਾੜੀ ਰਚਨਾ ਦਾ ਵੀ ਬੰਦੇ ਨੂੰ ਖਾਸਾ ਧਰਵਾਸ ਹੁੰਦਾ ਹੈ। ਅਸਲ 'ਚ ਸੋਨਾ ਦੇ ਅਸਰ ਸਦਕਾ ਮੇਰਾ ਵੀ ਦਿਮਾਗ ਖਰਾਬ ਹੋ ਰਿਹਾ ਹੈ। ਸੋਚਦਾ ਆਖਰ ਮੈਂ ਕਿਉਂ ਲਿਖਦਾ, ਕਿਹਦੇ ਲਈ ਲਿਖਦਾ? ਸਭ ਕੁਝ ਵੀ ਤਾਂ ਵਿਨਸਨਹਾਰ ਹੈ। ਜੋ ਦਿਸਦਾ ਹੈ ਸਭ ਛਲ ਹੈ, ਸਾਇਆ ਹੈ। ਬੰਦੇ ਨੂੰ ਇਹ ਸਭ ਕਾਸੇ ਤੋਂ ਮੁਕਤੀ ਪਾ ਲੈਣੀ ਚਾਹੀਦੀ ਹੈ। ਧੰਨਵਾਦ। ਚੱਲਦਾ।